Dear students, Sat Shri Akal Ji, most welcome in Creative Guruji. Please subscribe the channel and hit the bell icon for latest video notifications. Science, class 10th, chapter 1, chemical reactions and equations. Unbalanced chemical equations and balanced chemical equations ਨੂੰ ਕੰਪਲੀਟ ਕਰਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ ਟਾਈਪਸ ਆਫ ਕੈਮੀਕਲ ਰਿਐਕਸ਼ਨਸ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਤੇ। ਅਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹਾਂ ਕਿ ਰਸਾਇਣਿਕ ਕਿਰਿਆ ਦੌਰਾਨ ਕਿਸੇ ਇੱਕ ਤੱਤ ਦੇ ਪਰਮਾਣੂ ਦੂਜੇ ਤੱਤ ਦੇ ਪਰਮਾਣੂਆਂ ਵਿੱਚ ਨਹੀਂ ਬਦਲਦੇ, ਨਾ ਹੀ ਕੋਈ ਪਰਮਾਣੂ ਮਿਸ਼ਰਣ ਤੋਂ ਅਲੋਪ ਹੁੰਦਾ ਹੈ ਅਤੇ ਨਾ ਹੀ ਬਾਹਰੋਂ ਮਿਸ਼ਰਣ ਵਿੱਚ ਆਉਂਦਾ ਹੈ। ਅਸਲ ਵਿੱਚ ਕਿਸੇ ਰਸਾਇਣਿਕ ਕਿਰਿਆ ਦੌਰਾਨ ਪਰਮਾਣੂਆਂ ਵਿਚਕਾਰ ਬੰਧਨਾਂ ਦੇ ਟੁੱਟਣ ਅਤੇ ਪੈਦਾ ਹੋਣ ਕਰਕੇ ਨਵੇਂ ਉਤਪਾਦ ਪੈਦਾ ਹੁੰਦੇ ਹਨ। ਠੀਕ ਹੈ, ਚਲੋ ਹੁਣ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਦੀ ਸ਼ੁਰੂਆਤ ਕਰਦੇ ਹਾਂ। ਫਸਟ ਟਾਈਪ ਆਫ ਕੈਮੀਕਲ ਰਿਐਕਸ਼ਨ, ਕੰਬੀਨੇਸ਼ਨ ਰਿਐਕਸ਼ਨ, ਸੰਯੋਜਨ ਕਿਰਿਆ। A combination reaction is a reaction where two or more substance, element or compounds combine to form a single compound. ਸੰਯੋਜਨ ਪ੍ਰਤੀਕਿਰਿਆ ਵਿੱਚ ਦੋ ਜਾਂ ਵਧੇਰੇ ਪਦਾਰਥ, ਤੱਤ ਜਾਂ ਮਿਸ਼ਰਣ ਇਕੱਠੇ ਹੋ ਕੇ ਇੱਕ ਨਵਾਂ ਪਦਾਰਥ ਬਣਾਉਂਦੇ ਹਨ। ਜਿਸ ਤਰ੍ਹਾਂ ਸਾਨੂੰ ਇਸ ਐਨੀਮੇਸ਼ਨ ਦੇ ਵਿੱਚ ਦੋ ਪਦਾਰਥਾਂ ਦੇ ਮਿਲਣ ਤੇ ਇੱਕ ਪਦਾਰਥ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਅਜਿਹੀਆਂ ਪ੍ਰਤੀਕਿਰਿਆਵਾਂ ਨੂੰ ਸਮੀਕਰਨ A+B gives AB ਦੁਆਰਾ ਦਰਸਾਇਆ ਜਾ ਸਕਦਾ ਹੈ। For example, calcium oxide react with water to produce slaked lime, calcium hydroxide releasing a large amount of heat. CaO plus H2O gives CaOH2. ਕੈਲਸ਼ੀਅਮ ਆਕਸਾਈਡ ਪਾਣੀ ਨਾਲ ਤੇਜ਼ੀ ਨਾਲ ਕਿਰਿਆ ਕਰਕੇ ਬੁਝੇ ਚੂਨੇ ਮਤਲਬ ਕੈਲਸ਼ੀਅਮ ਹਾਈਡਰੋਕਸਾਈਡ ਦਾ ਨਿਰਮਾਣ ਕਰਦਾ ਹੈ ਅਤੇ ਜ਼ਿਆਦਾ ਮਾਤਰਾ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ। In this reaction, calcium oxide and water combine to form a single product, calcium hydroxide. Such a reaction in which a single product is formed from two or more reactants is known as a combination reaction. ਇਸ ਦਾ ਮਤਲਬ ਇਸ ਕਿਰਿਆ ਵਿੱਚ ਕੈਲਸ਼ੀਅਮ ਆਕਸਾਈਡ ਅਤੇ ਪਾਣੀ ਮਿਲ ਕੇ ਇਕੱਲਾ ਉਤਪਾਦ ਕੈਲਸ਼ੀਅਮ ਹਾਈਡਰੋਕਸਾਈਡ ਪੈਦਾ ਕਰਦੇ ਹਨ। ਅਜਿਹੀ ਰਸਾਇਣਿਕ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਵਿਕਾਰਕ ਆਪਸ ਵਿੱਚ ਮਿਲ ਕੇ ਇਕੱਲਾ ਉਤਪਾਦ ਪ੍ਰੋਡਕਟ ਨਿਰਮਿਤ ਕਰਦੇ ਹਨ, ਉਸ ਨੂੰ ਸੰਯੋਜਨ ਕਿਰਿਆ ਕਹਿੰਦੇ ਹਨ। Some more example of combination reaction. First one, burning of coal. ਕੋਲੇ ਦਾ ਜਲਣਾ। C plus O2 gives CO2. Second one, formation of water from H2 and O2. ਹਾਈਡਰੋਜਨ ਗੈਸ ਅਤੇ ਆਕਸੀਜਨ ਗੈਸ ਤੋਂ ਪਾਣੀ ਦਾ ਨਿਰਮਾਣ ਕਰਨਾ। 2H2 plus O2 gives 2H2O. Now move to the next type of chemical reaction, decomposition reaction, अपघटन क्रिया. A decomposition reaction is a type of chemical reaction in which a single compound breaks down into two or more compounds or elements. अपघटन क्रिया ਵਿੱਚ ਇਕੱਲੇ ਮਿਸ਼ਰਣ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਮਿਸ਼ਰਣਾਂ ਜਾਂ ਤੱਤਾਂ ਵਿੱਚ ਵੰਡਿਆ ਜਾਂਦਾ ਹੈ। ਜਿਸ ਤਰ੍ਹਾਂ ਤੁਹਾਨੂੰ ਐਨੀਮੇਸ਼ਨ ਵਿੱਚ ਇੱਕ ਤੱਤ ਤੋਂ ਦੋ ਤੱਤ ਜਾਂ ਦੋ ਤੋਂ ਜ਼ਿਆਦਾ ਤੱਤ ਬਣਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੀਆਂ ਪ੍ਰਤੀਕਿਰਿਆਵਾਂ ਸਮੀਕਰਨ AB gives A+B ਦੁਆਰਾ ਦਰਸਾਈਆਂ ਜਾ ਸਕਦੀਆਂ ਹਨ। Decomposition reaction can be classified into three types. अपघटन क्रिया ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। Thermal decomposition reaction, electrolytic decomposition reaction, photo decomposition reaction. ਹੁਣ ਅਸੀਂ ਇਹਨਾਂ ਤਿੰਨੇ ਪ੍ਰਤੀਕਿਰਿਆਵਾਂ ਦੀ ਵਿਆਖਿਆ ਕਰਦੇ ਹਾਂ। First one, thermal decomposition reaction. When a decomposition reaction is carried out by heating, it is called thermal decomposition. ਜਦੋਂ ਇੱਕ ਪ੍ਰਤੀਕਿਰਿਆ ਹੀਟਿੰਗ ਦੁਆਰਾ ਕੀਤੀ ਜਾਂਦੀ ਹੈ ਤਾਂ ਇਸ ਨੂੰ ਥਰਮਲ ਡੀਕੰਪੋਜੀਸ਼ਨ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ CaCO3 gives CaO plus CO2. ਕੈਲਸ਼ੀਅਮ ਕਾਰਬੋਨੇਟ ਦਾ ਗਰਮ ਹੋਣ ਤੇ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ ਇੱਕ ਮਹੱਤਵਪੂਰਨ ਅਪਘਟਨ ਕਿਰਿਆ ਹੈ ਜਿਸ ਦੀ ਵਰਤੋਂ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਕੈਲਸ਼ੀਅਮ ਆਕਸਾਈਡ ਨੂੰ ਚੂਨਾ ਜਾਂ ਅਣਬੁਝਿਆ ਚੂਨਾ ਕਿਹਾ ਜਾਂਦਾ ਹੈ। ਇਸ ਦੇ ਬਹੁਤ ਸਾਰੇ ਉਪਯੋਗ ਹਨ। ਉਹਨਾਂ ਵਿੱਚੋਂ ਇੱਕ ਹੈ ਕਿ ਇਸ ਨੂੰ ਸੀਮੈਂਟ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਜਦੋਂ ਅਪਘਟਨ ਕਿਰਿਆ ਗਰਮ ਕਰਕੇ ਕੀਤੀ ਜਾਂਦੀ ਹੈ ਤਾਂ ਉਸ ਨੂੰ ਤਾਪ ਅਪਘਟਨ ਕਿਰਿਆ ਆਖਦੇ ਹਨ। Next type of decomposition reaction, electrolytic decomposition reaction.
When a decomposition reaction is carried out by electricity, it is called electrolytic decomposition. ਜਦੋਂ ਪ੍ਰਤੀਕਿਰਿਆ ਬਿਜਲੀ ਦੁਆਰਾ ਕੀਤੀ ਜਾਂਦੀ ਹੈ ਤਾਂ ਇਸ ਨੂੰ ਇਲੈਕਟ੍ਰੋਲਿਟਿਕ ਡੀਕੰਪੋਜੀਸ਼ਨ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਬਿਜਲੀ ਦੁਆਰਾ ਪਾਣੀ ਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਟੁੱਟਣਾ। 2H2O gives 2H2 plus O2. Last type of decomposition reaction, photo decomposition reaction. When a decomposition reaction is carried out by light, it is called photo decomposition. ਜਦੋਂ ਰੋਸ਼ਨੀ ਦੁਆਰਾ ਕੋਈ ਪ੍ਰਤੀਕਿਰਿਆ ਕੀਤੀ ਜਾਂਦੀ ਹੈ ਤਾਂ ਇਸ ਨੂੰ ਫੋਟੋ ਡੀਕੰਪੋਜੀਸ਼ਨ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਸਿਲਵਰ ਬ੍ਰੋਮਾਈਡ ਦਾ ਰੋਸ਼ਨੀ ਦੇ ਵਿੱਚ ਸਿਲਵਰ ਅਤੇ ਬ੍ਰੋਮੀਨ ਦੇ ਵਿੱਚ ਟੁੱਟਣਾ। 2AgVr gives 2Ag plus Vr2. Now move to the next type of chemical reaction, displacement reaction. विस्थापन प्रतिक्रिया। It involves displacement of one of the constituent of a compound by another substance and may be regarded as a displacement reaction. ਇਸ ਵਿੱਚ ਇੱਕ ਮਿਸ਼ਰਣ ਦੇ ਇੱਕ ਹਿੱਸੇ ਨੂੰ ਕਿਸੇ ਹੋਰ ਪਦਾਰਥ ਦੁਆਰਾ ਵਿਸਥਾਪਿਤ ਕਰਨਾ ਸ਼ਾਮਲ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਐਨੀਮੇਸ਼ਨ ਦੇ ਵਿੱਚ ਦੇਖ ਰਹੇ ਹੋ। ਅਜਿਹੀਆਂ ਪ੍ਰਤੀਕਿਰਿਆਵਾਂ ਸਮੀਕਰਨ A plus B gives B plus AB ਦੁਆਰਾ ਦਰਸਾਈਆਂ ਜਾ ਸਕਦੀਆਂ ਹਨ। The following chemical reaction, ਹੇਠ ਲਿਖੀ ਰਸਾਇਣਿਕ ਪ੍ਰਤੀਕਿਰਿਆ Fe plus CuSO4 gives FeSO4 plus Cu. In this reaction, iron has displaced or removed another element, copper, from copper sulfate solution. This reaction is known as displacement reaction. ਇਸ ਪ੍ਰਤੀਕਿਰਿਆ ਵਿੱਚ ਲੋਹੇ ਨੇ ਤਾਂਬੇ ਦੇ ਸਲਫੇਟ ਦੇ ਘੋਲ ਵਿੱਚੋਂ ਇੱਕ ਹੋਰ ਤੱਤ ਤਾਂਬੇ ਨੂੰ ਹਟਾ ਦਿੱਤਾ ਹੈ। ਇਸ ਪ੍ਰਤੀਕਿਰਿਆ ਨੂੰ ਡਿਸਪਲੇਸਮੈਂਟ ਰਿਐਕਸ਼ਨ ਵਜੋਂ ਜਾਣਿਆ ਜਾਂਦਾ ਹੈ। ਨੈਕਸਟ ਟਾਈਪ ਆਫ ਕੈਮੀਕਲ ਰਿਐਕਸ਼ਨ, ਡਬਲ ਡਿਸਪਲੇਸਮੈਂਟ ਰਿਐਕਸ਼ਨ, ਦੋਹਰਾ ਵਿਸਥਾਪਨ ਪ੍ਰਤੀਕਿਰਿਆ। It is mutual exchange of the radicals of two compounds taking part in the reaction and results in the formation of two new compounds. ਇਸ ਪ੍ਰਤੀਕਿਰਿਆ ਵਿੱਚ ਹਿੱਸਾ ਲੈਣ ਵਾਲੇ ਦੋ ਮਿਸ਼ਰਣਾਂ ਦਾ ਆਪਸੀ ਆਦਾਨ ਪ੍ਰਦਾਨ ਹੁੰਦਾ ਹੈ ਅਤੇ ਨਤੀਜੇ ਵਜੋਂ ਦੋ ਨਵੇਂ ਮਿਸ਼ਰਣ ਬਣਦੇ ਹਨ, ਜਿਸ ਤਰ੍ਹਾਂ ਤੁਸੀਂ ਇਸ ਐਨੀਮੇਸ਼ਨ ਵਿੱਚ ਦੇਖ ਰਹੇ ਹੋ। ਅਜਿਹੀਆਂ ਪ੍ਰਤੀਕਿਰਿਆਵਾਂ ਸਮੀਕਰਨ AB plus CD gives AC plus BD ਦੁਆਰਾ ਦਰਸਾਈਆਂ ਜਾ ਸਕਦੀਆਂ ਹਨ। The following chemical reaction, ਹੇਠ ਲਿਖੀ ਰਸਾਇਣਿਕ ਪ੍ਰਤੀਕਿਰਿਆ Na2SO4 plus BaCl2 gives BaSO4 plus NaCl. The reaction between sodium sulfate and barium chloride to form barium sulfate and sodium chloride is known as double displacement reaction. ਬੇਰੀਅਮ ਸਲਫੇਟ ਅਤੇ ਸੋਡੀਅਮ ਕਲੋਰਾਈਡ ਬਣਾਉਣ ਲਈ ਸੋਡੀਅਮ ਸਲਫੇਟ ਅਤੇ ਬੇਰੀਅਮ ਕਲੋਰਾਈਡ ਦੇ ਵਿਚਲੀ ਪ੍ਰਤੀਕਿਰਿਆ ਨੂੰ ਦੋਹਰਾ ਵਿਸਥਾਪਨ ਪ੍ਰਤੀਕਿਰਿਆ ਵਜੋਂ ਜਾਣਿਆ ਜਾਂਦਾ ਹੈ। ਨੈਕਸਟ ਔਰ ਲਾਸਟ ਟਾਈਪ ਆਫ ਕੈਮੀਕਲ ਰਿਐਕਸ਼ਨ, ਆਕਸੀਡੇਸ਼ਨ, ਆਕਸੀਕਰਨ ਅਤੇ ਰਿਡਕਸ਼ਨ, ਲਘੂਕਰਨ। ਪ੍ਰਤੀਕਿਰਿਆਵਾਂ ਵਿੱਚ ਪਦਾਰਥਾਂ ਦੁਆਰਾ ਆਕਸੀਜਨ ਜਾਂ ਹਾਈਡਰੋਜਨ ਦਾ ਲਾਭ ਜਾਂ ਨੁਕਸਾਨ ਵੀ ਸ਼ਾਮਲ ਹੁੰਦਾ ਹੈ। ਆਕਸੀਡੇਸ਼ਨ ਇਜ਼ ਦਾ ਗੇਨ ਆਫ ਆਕਸੀਜਨ ਔਰ ਲਾਸ ਆਫ ਹਾਈਡਰੋਜਨ। ਆਕਸੀਕਰਨ ਵਿੱਚ ਆਕਸੀਕਰਨ ਦਾ ਲਾਭ ਜਾਂ ਹਾਈਡਰੋਜਨ ਦਾ ਨੁਕਸਾਨ ਸ਼ਾਮਿਲ ਹੈ। ਰਿਡਕਸ਼ਨ ਇਜ਼ ਦਾ ਲਾਸ ਆਫ ਆਕਸੀਜਨ ਔਰ ਗੇਨ ਆਫ ਹਾਈਡਰੋਜਨ। ਲਘੂਕਰਨ ਵਿੱਚ ਆਕਸੀਜਨ ਦਾ ਨੁਕਸਾਨ ਜਾਂ ਹਾਈਡਰੋਜਨ ਦਾ ਲਾਭ ਸ਼ਾਮਲ ਹੁੰਦਾ ਹੈ। ਹੁਣ ਅਸੀਂ ਕੁਝ ਉਦਾਹਰਨਾਂ ਲੈ ਕੇ ਆਕਸੀਕਰਨ ਅਤੇ ਲਘੂਕਰਨ ਨੂੰ ਸਮਝਦੇ ਹਾਂ। ਫਰਸਟ ਵਨ, ਆਕਸੀਡੇਸ਼ਨ, ਆਕਸੀਕਰਨ। ਆਕਸੀਡੇਸ਼ਨ ਇਜ਼ ਦਾ ਗੇਨ ਆਫ ਆਕਸੀਜਨ ਔਰ ਲਾਸ ਆਫ ਹਾਈਡਰੋਜਨ। ਆਕਸੀਕਰਨ ਵਿੱਚ ਆਕਸੀਜਨ ਦਾ ਲਾਭ ਜਾਂ ਹਾਈਡਰੋਜਨ ਦਾ ਨੁਕਸਾਨ ਸ਼ਾਮਿਲ ਹੈ। ਪਹਿਲੀ ਪ੍ਰਤੀਕਿਰਿਆ 2Ca plus O2 gives 2CaO ਆਕਸੀਜਨ ਦਾ ਲਾਭ ਦਰਸਾਉਂਦੀ ਹੈ, ਜਦੋਂ ਕਿ ਦੂਜੀ ਪ੍ਰਤੀਕਿਰਿਆ 2HCl gives H2 plus Cl2 ਹਾਈਡਰੋਜਨ ਦੇ ਨੁਕਸਾਨ ਨੂੰ ਦਰਸਾਉਂਦੀ ਹੈ। Now move to the second one, reduction, ਲਘੂਕਰਨ। Reduction is the loss of oxygen or gain of hydrogen. ਲਘੂਕਰਨ ਵਿੱਚ ਆਕਸੀਜਨ ਦਾ ਨੁਕਸਾਨ ਜਾਂ ਹਾਈਡਰੋਜਨ ਦਾ ਲਾਭ ਸ਼ਾਮਿਲ ਹੈ। ਪਹਿਲੀ ਪ੍ਰਤੀਕਿਰਿਆ CuO plus H2 gives Cu plus H2O ਆਕਸੀਜਨ ਦਾ ਨੁਕਸਾਨ ਦਰਸਾਉਂਦੀ ਹੈ। ਦੂਜੀ ਪ੍ਰਤੀਕਿਰਿਆ O2 plus 2H2 gives 2H2O ਹਾਈਡਰੋਜਨ ਦਾ ਲਾਭ ਦਰਸਾਉਂਦੀ ਹੈ। ਹੁਣ ਜੇ ਅਸੀਂ ਗੱਲ ਕਰੀਏ ਜਦੋਂ ਆਕਸੀਜਨ ਨੂੰ ਕਾਪਰ ਵਿੱਚ ਮਿਲਾਇਆ ਜਾਂਦਾ ਹੈ ਤਾਂ ਕਾਪਰ ਆਕਸਾਈਡ ਬਣਦਾ ਹੈ। ਜੇ ਹਾਈਡਰੋਜਨ ਗੈਸ ਕਾਪਰ ਆਕਸਾਈਡ CuO ਦੇ ਉੱਪਰ ਲੰਘ ਜਾਂਦੀ ਹੈ ਤਾਂ ਉਲਟ ਪ੍ਰਤੀਕਿਰਿਆ ਹੁੰਦੀ ਹੈ ਅਤੇ ਕਾਪਰ ਪ੍ਰਾਪਤ ਹੁੰਦਾ ਹੈ। ਕਿਰਿਆ ਵਿੱਚ ਕਾਪਰ ਆਕਸਾਈਡ ਵਿੱਚੋਂ ਆਕਸੀਜਨ ਦੀ ਕਮੀ ਹੋਈ ਹੈ, ਇਸ ਲਈ ਇਸ ਦਾ ਲਘੂਕਰਨ ਰਿਡਕਸ਼ਨ ਹੋਇਆ ਹੈ।
ਜਦੋਂ ਕਿ ਹਾਈਡਰੋਜਨ ਨੇ ਆਕਸੀਜਨ ਪ੍ਰਾਪਤ ਕੀਤੀ ਹੈ, ਇਸ ਲਈ ਇਹ ਆਕਸੀਕ੍ਰਿਤ ਆਕਸੀਡੇਸ਼ਨ ਹੋਈ ਹੈ। In other words, one reactant gets oxidized while the other gets reduced during a reaction. Such reactions are called oxidation reduction reaction or redox reaction. ਦੂਜੇ ਸ਼ਬਦਾਂ ਵਿੱਚ ਕਿਸੇ ਕਿਰਿਆ ਵਿੱਚ ਜਦੋਂ ਇੱਕ ਵਸਤੂ ਆਕਸੀਕ੍ਰਿਤ ਹੁੰਦੀ ਹੈ ਤਾਂ ਦੂਜੀ ਵਸਤੂ ਲਘੂਕ੍ਰਿਤ ਹੋ ਜਾਂਦੀ ਹੈ। ਅਜਿਹੀਆਂ ਕਿਰਿਆਵਾਂ ਨੂੰ ਆਕਸੀਕਰਨ ਲਘੂਕਰਨ ਕਿਰਿਆਵਾਂ ਜਾਂ ਰਿਡੋਕਸ ਕਿਰਿਆਵਾਂ ਆਖਦੇ ਹਨ। Now we move to the last topic of this chapter. ਕੀ ਤੁਸੀਂ ਰੋਜ਼ਾਨਾ ਜੀਵਨ ਵਿੱਚ ਆਕਸੀਕਰਨ ਕਿਰਿਆਵਾਂ ਦਾ ਪ੍ਰਭਾਵ ਅਨੁਭਵ ਕੀਤਾ ਹੈ? ਹੁਣ ਅਸੀਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਆਕਸੀਕਰਨ ਦੇ ਪ੍ਰਭਾਵ ਬਾਰੇ ਗੱਲ ਕਰਾਂਗੇ। ਇਫੈਕਟ ਆਫ ਆਕਸੀਡੇਸ਼ਨ ਰਿਐਕਸ਼ਨ ਇਨ ਐਵਰੀਡੇ ਲਾਈਫ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਆਕਸੀਕਰਨ ਦੀ ਪ੍ਰਤੀਕਿਰਿਆ ਦਾ ਸਭ ਤੋਂ ਆਮ ਪ੍ਰਭਾਵ ਹੁੰਦਾ ਹੈ ਕੋਰੋਜ਼ਨ, ਖੋਰਨ। You must have observed that iron particles are shiny when new but get coated with a reddish brown powder when left for some time. ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਲੋਹੇ ਦੀਆਂ ਨਵੀਆਂ ਵਸਤਾਂ ਚਮਕੀਲੀਆਂ ਹੁੰਦੀਆਂ ਹਨ, ਪਰ ਕੁਝ ਦਿਨਾਂ ਪਿੱਛੋਂ ਉਹਨਾਂ ਉੱਪਰ ਲਾਲ ਭੂਰੇ ਰੰਗ ਦੀ ਪਰਤ ਚੜ ਜਾਂਦੀ ਹੈ, ਜਿਸ ਤਰ੍ਹਾਂ ਪਿਕਚਰ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ। This process is known as rusting of iron. ਇਸ ਪ੍ਰਕਿਰਿਆ ਨੂੰ ਆਮ ਕਰਕੇ ਲੋਹੇ ਨੂੰ ਜੰਗ ਲੱਗਣਾ ਕਹਿੰਦੇ ਹਨ। Have you noticed the color of the coating formed on copper and silver? ਕੀ ਤੁਸੀਂ ਕਾਪਰ ਅਤੇ ਸਿਲਵਰ ਤੇ ਚੜੀ ਪਰਤ ਤੇ ਧਿਆਨ ਦਿੱਤਾ ਹੈ? ਜਿਸ ਤਰ੍ਹਾਂ ਸਾਨੂੰ ਪਿਕਚਰ ਵਿੱਚ ਦਿਖਾਈ ਦੇ ਰਿਹਾ ਹੈ, ਲੰਮੇ ਸਮੇਂ ਬਾਅਦ ਕਾਪਰ ਅਤੇ ਸਿਲਵਰ ਦਾ ਰੰਗ ਕਾਲਾ ਹੋ ਜਾਂਦਾ ਹੈ। After a long time, the copper turns green and silver turns black. ਇਹਨਾਂ ਨਿਰੀਖਣਾਂ ਤੋਂ ਹੁਣ ਅਸੀਂ ਇਹ ਕਹਿ ਸਕਦੇ ਹਾਂ, when a metal is attacked by substance around it, such as moisture, acid, etc., it is said to corrode, and this process is called corrosion. ਜਦੋਂ ਕਿਸੇ ਧਾਤ ਉੱਤੇ ਆਲੇ ਦੁਆਲੇ ਦੀਆਂ ਵਸਤਾਂ ਜਿਵੇਂ ਸਿੱਲ, ਤੇਜ਼ਾਬ ਆਦਿ ਕਿਰਿਆ ਕਰਦੀਆਂ ਹਨ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਖੋਰਿਤ ਹੋ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਖੋਰਨ ਆਖਦੇ ਹਨ। Or also we can define it. Corrosion may be defined as the process of slow eating up of the surfaces of certain metals when kept in open for a long time. ਲੰਮੇ ਸਮੇਂ ਲਈ ਖੁੱਲੇ ਰਹਿਣ ਤੇ ਕੁਝ ਧਾਤਾਂ ਦੀਆਂ ਸਤਹ ਦੇ ਹੌਲੀ-ਹੌਲੀ ਖਾਣ ਦੀ ਪ੍ਰਕਿਰਿਆ ਨੂੰ ਖੋਰ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। Corrosion causes damage. ਖੋਰਨ ਦੇ ਕਾਰਨ ਕਾਰਾਂ ਦੇ ਢਾਂਚਿਆਂ, ਪੁਲਾਂ, ਲੋਹੇ ਦੀ ਰੇਲਿੰਗ, ਜਹਾਜ਼ਾਂ ਅਤੇ ਧਾਤਾਂ ਤੋਂ ਬਣੀਆਂ ਸਾਰੀਆਂ ਵਸਤਾਂ, ਖਾਸ ਕਰਕੇ ਲੋਹੇ ਤੋਂ ਬਣੀਆਂ ਵਸਤਾਂ ਨੂੰ ਹਾਨੀ ਪਹੁੰਚਦੀ ਹੈ। ਲੋਹੇ ਦਾ ਖੋਰਨ ਇੱਕ ਗੰਭੀਰ ਸਮੱਸਿਆ ਹੈ। ਖੋਰਨ ਕਾਰਨ ਖਰਾਬ ਹੋਈਆਂ ਲੋਹੇ ਦੀਆਂ ਵਸਤੂਆਂ ਨੂੰ ਬਦਲਣ ਵਾਸਤੇ ਹਰ ਸਾਲ ਬਹੁਤ ਸਾਰਾ ਧਨ ਖਰਚਣਾ ਪੈਂਦਾ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਆਕਸੀਕਰਨ ਦੀ ਪ੍ਰਤੀਕਿਰਿਆ ਦਾ ਦੂਜਾ ਸਭ ਤੋਂ ਆਮ ਪ੍ਰਭਾਵ ਹੈ ਰੈਂਸਿਡਿਟੀ, ਦੁਰਗੰਧ ਦਾ। Oxidation has damaging effect on foods and eatables. When the fats and oil present in water are oxidized, they become rancid. ਆਕਸੀਕਰਨ ਦੇ ਭੋਜਨ ਅਤੇ ਖਾਣ ਪੀਣ ਤੇ ਨੁਕਸਾਨ ਦੇ ਪ੍ਰਭਾਵ ਹਨ। ਜਦੋਂ ਮੱਖਣ ਅਤੇ ਮਾਰਜਰੀਨ ਵਿੱਚ ਮੌਜੂਦ ਚਰਬੀ ਅਤੇ ਤੇਲ ਆਕਸੀਡਾਈਜ਼ ਹੁੰਦੇ ਹਨ ਤਾਂ ਉਹ ਨਸ਼ੀਲੇ ਪਦਾਰਥਾਂ ਵਿੱਚ ਬਦਲ ਜਾਂਦੇ ਹਨ, ਜਿਸ ਤਰ੍ਹਾਂ ਸਾਨੂੰ ਪਿਕਚਰਸ ਵਿੱਚ ਦਿਖਾਈ ਦੇ ਰਿਹਾ ਹੈ। As a result, their smell and taste change and they become quite unpleasant. This is known as rancidity. ਨਤੀਜੇ ਵਜੋਂ ਉਹਨਾਂ ਦਾ ਸਵਾਦ ਬਦਲ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਦੁਰਗੰਧਤਾ ਵਜੋਂ ਜਾਣਿਆ ਜਾਂਦਾ ਹੈ। ਆਮ ਕਰਕੇ ਚਰਬੀ ਅਤੇ ਤੇਲ ਯੁਕਤ ਖਾਣੇ ਵਾਲੇ ਪਦਾਰਥਾਂ ਵਿੱਚ ਉਹ ਪਦਾਰਥ ਜੋ ਆਕਸੀਕਰਨ ਰੋਕਦੇ ਹਨ ਮਿਲਾ ਦਿੱਤੇ ਜਾਂਦੇ ਹਨ। ਹਵਾ ਰੋਧਕ ਬਰਤਨਾਂ ਵਿੱਚ ਭੋਜਨ ਰੱਖਣ ਨਾਲ ਆਕਸੀਕਰਨ ਦੀ ਗਤੀ ਹੌਲੀ ਹੋ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਚਿਪਸ ਬਣਾਉਣ ਵਾਲੇ ਚਿਪਸ ਦੇ ਥੈਲੇ, ਲਿਫਾਫੇ ਵਿੱਚੋਂ ਹਵਾ, ਆਕਸੀਜਨ ਕੱਢ ਕੇ ਗੈਸ ਜਿਵੇਂ ਕਿ ਨਾਈਟ੍ਰੋਜਨ ਭਰ ਦਿੰਦੇ ਹਨ ਤਾਂ ਕਿ ਚਿਪਸ ਦਾ ਆਕਸੀਕਰਨ ਨਾ ਹੋ ਸਕੇ। In this video or lecture, we will learn about types of chemical reaction and effect of oxidation reaction in everyday life. This concludes the chapter. I hope you will understand today's topic in this lecture. Don't forget to hit the like button and share this video. Subscribe to our channel, keep hard work and make parents' name shine.